हेलो माय डियर स्टूडेंट्स ऑफ 10th क्लास। बेटा जी पहले दो वीकली टेस्ट ਦੇ ਸੋਲੂਸ਼ਨ ਮੈਂ ਤੁਹਾਨੂੰ ਕਰਵਾ ਚੁੱਕੀ ਹਾਂ। ਲੈਟ ਅਸ ਡਿਸਕਸ ਦ ਵੀਕਲੀ ਟੈਸਟ ਨੈਕਸਟ ਜਿਹੜਾ ਤੁਹਾਡਾ ਆਪਾਂ ਉਹਦਾ ਸੋਲੂਸ਼ਨ ਡਿਸਕਸ ਕਰਨ ਜਾ ਰਹੇ ਹਾਂ। ਔਰ ਇਹ ਟੈਸਟ ਜਿਹੜਾ ਸੀਗਾ ਉਹ ਤੁਹਾਡੇ ਦੋ ਚੈਪਟਰਸ ਚੋਂ ਹੋਇਆ ਹੈ, ਠੀਕ ਹੈ ਜੀ। ਤੇ ਤੁਹਾਡੇ ਚੈਪਟਰਸ ਆਪਾਂ ਪਹਿਲੇ ਡਿਸਕਸ ਕੀਤੇ ਐਜ਼ ਸੱਚ, ਔਰ ਉਹਨਾਂ ਚੈਪਟਰਸ ਨੂੰ ਆਪਾਂ ਰਿਵਾਈਜ਼ ਕਰਾਇਆ ਤੁਹਾਨੂੰ। ਹੁਣ ਆਪਾਂ ਜਿਹੜੇ ਪੂਰਾ ਐਜ਼ ਅ ਸੱਚ ਵੀਕਲੀ ਟੈਸਟ ਆਇਆ ਉਹਨੂੰ ਡਿਸਕਸ ਕਰਨ ਜਾ ਰਹੇ ਹਾਂ। ਤਾਂ ਲੈਟ ਅਸ ਡਿਸਕਸ ਦ ਫਸਟ ਕੁਐਸਚਨ। ਪਹਿਲੇ ਤਾਂ ਕੁਐਸਚਨ ਜਿਹੜੇ ਆਏ ਸੀ ਉਹ ਮਲਟੀਪਲ ਚੋਇਸ ਆਏ ਸੀ ਡੀਅਰ ਸਟੂਡੈਂਟਸ। ਮਲਟੀਪਲ ਚੋਇਸ ਕੁਐਸਚਨਸ ਦੇ ਵਿੱਚ ਜਿਹੜਾ ਪਹਿਲਾ ਕੁਐਸਚਨ ਤੁਹਾਡਾ ਸੀਗਾ ਬੇਸਿਕਲੀ ਉਹ ਤੁਹਾਡਾ ਕਾਰਬਨ ਅਤੇ ਉਸ ਦੇ ਜਿਹੜੇ ਯੋਗਿਕ ਹੈ ਉਸ ਚੈਪਟਰ 'ਚੋਂ ਆਇਆ ਸੀ। ਬਾਰ-ਬਾਰ ਕਹਿ ਰਹੇ ਹਾਂ ਕਿ ਕਾਰਬਨ ਅਤੇ ਉਸ ਦੇ ਯੋਗਿਕ 'ਚੋਂ ਕਾਫੀ ਸਿਲੇਬਸ ਕੱਟ ਦਿੱਤਾ ਗਿਆ ਹੈ। ਸੈਚੂਰੇਟਿਡ ਅਨਸੈਚੂਰੇਟਿਡ ਹਾਈਡਰੋਕਾਰਬਨ, ਸੋਪਸ ਐਂਡ ਡਿਟਰਜੈਂਟ, ਇਥੇਨੋਲ ਤੇ ਇਥੇਨੋਇਕ ਐਸਿਡਸ ਇੱਦਾਂ ਦੇ ਟੌਪਿਕ ਜਿਹੜੇ ਉਹ ਕੱਟ ਦਿੱਤੇ ਗਏ ਨੇ, ਠੀਕ ਹੈ ਜੀ। ਔਰ ਇਹ ਜਿਹੜੇ ਟੌਪਿਕਸ ਹੈ ਤੁਸੀਂ ਫਾਈਨਲੀ ਵੀ ਨਹੀਂ ਕਰਨੇ, ਬਾਰ-ਬਾਰ ਤੁਹਾਨੂੰ ਰਿਡਿਊਸ ਟੇਬਲ ਸਿਲੇਬਸ ਤੋਂ ਜਾਣੂ ਕਰਾ ਰਿਹਾ ਤਾਂ ਕਿ ਤੁਹਾਨੂੰ ਯਾਦ ਹੋ ਜਾਏ ਕਿ ਇਹ ਟੌਪਿਕ ਤੁਸੀਂ ਨਹੀਂ ਕਰਨੇ, ਠੀਕ ਹੈ ਜੀ। ਤੇ ਚਲੋ ਜੀ ਆਪਾਂ ਡਿਸਕਸ ਕਰਦੇ ਹਾਂ ਕਿ ਕਿਹੜੇ ਕੁਐਸਚਨਸ ਜਿਹੜੇ ਹੈ ਸਟੇਟ ਵੱਲੋਂ ਇੰਪੋਰਟੈਂਟ ਪਾਏ ਗਏ ਇਸ ਚੈਪਟਰ ਦੇ ਵਿੱਚ, ਇਸ ਟੈਸਟ ਦੇ ਵਿੱਚ। ਤੇ ਜਿਹੜਾ ਪਹਿਲਾ ਕੁਐਸਚਨ ਸੀਗਾ ਇਸ ਟੈਸਟ ਵਿੱਚ, ਕਾਰਬਨ ਦਾ ਪਰਮਾਣੂ ਅੰਕ ਕਿੰਨਾ, ਵਟ ਇਜ਼ ਦਾ ਐਟੋਮਿਕ ਨੰਬਰ ਆਫ ਕਾਰਬਨ। ਬੇਟਾ ਜੀ ਇੱਥੇ ਬੱਚੇ ਹੋਏ ਕਨਫਿਊਜ਼ 4 ਤੇ 6 ਦੇ ਵਿੱਚ। ਬਹੁਤ ਵਾਰ ਤੁਹਾਨੂੰ ਦੱਸਿਆ ਗਿਆ ਹੈ ਕਿ ਜਿਹੜਾ ਕਾਰਬਨ ਹੈ, ਕਾਰਬਨ ਅਤੇ ਕਾਰਬਨ ਦਾ ਜਿਹੜੀ 4 ਹੈ ਦੈਟ ਇਜ਼ ਵੈਲੈਂਸੀ, ਕਿਉਂਕਿ ਜਦੋਂ ਕਾਰਬਨ ਦੀ ਅਸੀਂ ਇਲੈਕਟ੍ਰੋਨਿਕ ਕੌਨਫਿਗਰੇਸ਼ਨ ਲਿਖਦੇ ਹਾਂ ਆਪਾਂ ਲਿਖਦੇ ਹਾਂ 2 4, ਪਰ ਇੱਥੇ ਉਹਦਾ ਐਟੋਮਿਕ ਨੰਬਰ ਯਾਨੀ ਉਹਦਾ ਪਰਮਾਣੂ ਅੰਕ ਪੁੱਛਿਆ ਗਿਆ ਹੈ ਤੇ ਉਹ ਕਿੰਨਾ ਹੈ ਜੀ 6। 4 + 2 ਕਿੰਨਾ ਹੈ ਜੀ 6। ਇਹਦਾ ਮਤਲਬ ਸਾਡੀ ਕਿਹੜੀ ਆਪਸ਼ਨ ਸਹੀ ਸੀ, ਸੀ ਆਪਸ਼ਨ ਸਹੀ ਸੀ 6, ਠੀਕ ਹੈ ਜੀ। ਦੂਜਾ ਚੈਪਟਰ ਜਿਹੜਾ ਤੁਹਾਡਾ ਸੀ ਉਹ ਸੀ ਜੀਵ ਪ੍ਰਜਨਨ ਕਿਵੇਂ ਕਰਦੇ ਹਨ। ਇਹ ਚੈਪਟਰ 8th ਹੈ ਔਰ ਇਸ ਵਿੱਚ ਕੋਈ ਬਦਲਾਵ ਨਹੀਂ ਹੈ ਔਰ ਇਹ ਚੈਪਟਰ ਆਪਾਂ ਪੂਰਾ ਕਰਨਾ ਹੈ, ਠੀਕ ਹੈ ਜੀ। ਕਾਰਬਨ ਯੌਗਿਕਾਂ ਦੇ ਅਸੀਂ ਨਾਮਕਰਨ, ਸੰਤ੍ਰਿਪਤ ਅਸੰਤ੍ਰਿਪਤ ਹਾਈਡਰੋਕਾਰਬਨ, ਕਾਰਬਨ ਯੌਗਿਕਾਂ ਦੇ ਰਸਾਇਣਿਕ ਗੁਣ, ਇਥੇਨੋਲ ਅਤੇ ਇਥੇਨੋਇਕ ਤੇਜ਼ਾਬ, ਸਾਬਣ ਅਤੇ ਮੈਲ ਨਿਵਾਰਕ ਬਿਲਕੁਲ ਨਹੀਂ ਕਰਨਾ। ਸੈਕਿੰਡ ਕੁਐਸਚਨ ਸੀ ਅਲਿੰਗਿਕ ਜਨਨ ਬਡਿੰਗ ਦੁਆਰਾ ਕਿਸ ਵਿੱਚ ਹੁੰਦਾ ਹੈ। ਇਹ ਸੈਕਚੁਅਲ ਰੀਪਰੋਡਕਸ਼ਨ ਟੇਕ ਪਲੇਸ ਥਰੂ ਬਡਿੰਗ ਇਨ। ਬੇਟਾ ਜੀ ਐਜ਼ ਸੱਚ ਹੀ ਤੁਹਾਡੇ ਸੁਪਰ 100 ਕੁਐਸਚਨਸ ਚੋਂ ਕੁਐਸਚਨ ਲਿਆ ਗਿਆ। ਆਨਸਰ ਆਪਸ਼ਨ ਸੀਗੀਆਂ ਅਮੀਬਾ, ਯੀਸਟ, ਪਲਾਜ਼ਮੋਡੀਅਮ, ਲੈਸ਼ਮਾਨੀਆ, ਔਰ ਸਾਡਾ ਸਹੀ ਆਨਸਰ ਹੈ ਯੀਸਟ। ਸਾਡਾ ਸਹੀ ਆਨਸਰ ਕੀ ਹੈ, ਯੀਸਟ। ਨੈਕਸਟ ਇਜ਼ ਨੇਮ ਆਫ ਦ ਮੋਲੀਕਿਊਲ। ਥਰਡ ਕੁਐਸਚਨ ਤੁਹਾਡਾ ਸੀਗਾ ਜੀ ਨੇਮ ਆਫ ਦ ਮੋਲੀਕਿਊਲ ਹੂਜ਼ ਇਲੈਕਟ੍ਰੋਨ ਡਾਟ ਸਟਰਕਚਰ ਇਜ਼ ਸ਼ੋਨ ਇਨ ਦ ਫਿਗਰ। ਬੱਚੇ ਇਸ ਕੁਐਸਚਨ 'ਚ ਵੀ ਬਹੁਤ ਕਨਫਿਊਜ਼ ਹੋਏ। ਆਪਸ਼ਨ ਸੀਗੀਆਂ ਮਿਥੇਨ, ਪਾਣੀ, ਕਾਰਬਨ ਡਾਈਆਕਸਾਈਡ, ਕੈਲਸ਼ੀਅਮ ਆਕਸਾਈਡ, ਠੀਕ ਹੈ ਜੀ। ਬੇਟਾ ਜੀ ਦੇਖੋ ਜਦੋਂ ਵੀ ਤੁਹਾਨੂੰ ਇਲੈਕਟ੍ਰੋਨ ਡਾਟ ਸਟਰਕਚਰ ਆਵੇ ਤਾਂ ਤੁਸੀਂ ਦੇਖੋ ਕਿ ਇੱਥੇ ਕਿਹੜੇ ਪਰਮਾਣੂ ਮੌਜੂਦ ਹਨ, ਕਿਹੜੇ ਪਰਮਾਣੂ ਮੌਜੂਦ ਹਨ, ਕਿਹੜੇ ਐਟਮ ਮੌਜੂਦ ਹਨ। ਤੇ ਇੱਥੇ ਮੌਜੂਦ ਹੈ ਤੁਹਾਡਾ ਕਾਰਬਨ, ਤੁਹਾਡਾ ਆਕਸੀਜਨ। ਇਹਦਾ ਮਤਲਬ ਜਿਹੜਾ ਸਹੀ ਸਾਡਾ ਹੈ ਦੈਟ ਇਜ਼ ਕਾਰਬਨ ਡਾਈਆਕਸਾਈਡ, ਠੀਕ ਹੈ ਡੀਅਰ ਸਟੂਡੈਂਟਸ। ਚਲੋ ਜੀ ਫੋਰਥ ਕੁਐਸਚਨ ਦੀ ਗੱਲ ਕਰਦੀ ਹਾਂ। ਹੇਠ ਲਿਖਿਆ ਵਿੱਚੋਂ ਕਿਹੜਾ ਮਨੁੱਖ ਵਿੱਚ ਮਾਦਾ ਜਨਨ ਪ੍ਰਣਾਲੀ ਦਾ ਭਾਗ ਨਹੀਂ ਹੈ। ਵਿਚ ਆਫ ਦ ਫੋਲੋਇੰਗ ਇਜ਼ ਨਾਟ ਦ ਪਾਰਟ ਆਫ ਫੀਮੇਲ ਰੀਪਰੋਡਕਟਿਵ ਸਿਸਟਮ, ਠੀਕ ਹੈ ਜੀ। ਫੀਮੇਲ ਰੀਪਰੋਡਕਟਿਵ ਸਿਸਟਮ ਤਾਂ ਉਹਦੇ ਵਿੱਚ ਅੰਡਕੋਸ਼, ਗਰਭਕੋਸ਼, ਓਵਰੀ, ਯੂਟਰਸ, ਸ਼ੁਕਾਣੂ ਵੈਨੂ, ਫਲੈਪੀਅਨ ਟਿਊਬ ਤੁਹਾਨੂੰ ਪੁੱਛਿਆ ਗਿਆ। ਬੇਟਾ ਜੀ ਵਟਸਐਪ ਇਮੇਜਸ ਤੋਂ ਥੋੜਾ ਜਿਹਾ ਮੈਂ ਤੁਹਾਨੂੰ ਇਹ ਕਲੀਅਰ ਕਰਾਂਗੀ ਕਿ ਤੁਹਾਨੂੰ ਇਸ ਪਿਕਚਰ ਨੂੰ, ਤਾਂ ਕਿ ਜਿਹੜਾ ਤੁਹਾਡਾ ਆਨਸਰ ਹੈ ਉਹ ਕਲੀਅਰ ਹੋ ਜਾਏ। ਦੇਖੋ ਜੀ ਆਹ ਤੁਹਾਡੇ ਕੋਲ ਮਨੁੱਖੀ ਮਾਦਾ ਜਨਨ ਪ੍ਰਣਾਲੀ ਦਾ ਚਿੱਤਰ ਹੈ, ਠੀਕ ਹੈ ਜੀ ਡੀਅਰ ਸਟੂਡੈਂਟਸ। ਇਹ ਤੁਹਾਡੇ ਕੋਲ ਕੀ ਹੈ ਜੀ, ਮਨੁੱਖੀ ਮਾਦਾ ਜਨਨ ਪ੍ਰਣਾਲੀ ਦਾ ਚਿੱਤਰ ਹੈ। ਔਰ ਚਿੱਤਰ ਦੇ ਵਿੱਚ ਤੁਸੀਂ ਦੇਖੋ ਪੂਰਾ ਐਜ਼ ਸੱਚ ਤੁਸੀਂ ਦੇਖ ਸਕਦੇ ਹੋ ਕਿ ਅੰਡਕੋਸ਼, ਅੰਡਵੈਨੀ, ਫੈਲੋਪੀਅਨ ਟਿਊਬ, ਬੱਚੇਦਾਨੀ, ਸਰਵਿਕਸ ਅਤੇ ਯੋਨੀ, ਠੀਕ ਹੈ ਜੀ। ਆਹ ਦੇਖੋ ਆ ਸਰਵਿਕਸ, ਯੋਨੀ, ਬੱਚੇਦਾਨੀ, ਅੰਡਕੋਸ਼ ਤੇ ਅੰਡਵਹਿਨੀ, ਫੈਲੋਪੀਅਨ ਟਿਊਬ ਵੀ ਕਹਿੰਦੇ ਆ। ਬੇਟਾ ਜੀ ਇਹਦੀ ਲੇਬਲਿੰਗ ਵੀ ਪੇਪਰ 'ਚ ਬਹੁਤ ਆਉਂਦੀ ਹੈ ਅੰਡਕੋਸ਼ ਦੀ, ਠੀਕ ਹੈ ਜੀ। ਤੇ ਦੇਖੋ ਇਹ 'ਚ ਕਿਹੜਾ ਪਾਰਟ ਨਹੀਂ ਹੈ। ਹੁਣ ਇੱਧਰ ਆ ਜਾਓ ਜੀ ਆਪਾਂ ਆਪਣੀਆਂ ਆਪਸ਼ਨਸ ਦੇਖ ਲਈਏ। ਆਪਸ਼ਨ ਸੀ ਅੰਡਕੋਸ਼ ਮੌਜੂਦ ਹੈ, ਗਰਭਕੋਸ਼, ਯੂਟਰਸ ਮੌਜੂਦ ਹੈ,
ਸ਼ੁਕਾਨੂ ਵੈਨੂ ਫਿਲੋਪੀਅਨ ਟਿਊਬ ਤੇ ਬੇਟਾ ਜੀ ਸ਼ੁਕਾਨੂ ਵੈਨੀ ਜਿਹੜੀ ਹੈ ਉਹ ਸਾਡਾ ਸਹੀ ਆਨਸਰ ਸੀ ਕਿ ਇਹ ਮਾਦਾ ਜਨਨ ਪ੍ਰਣਾਲੀ ਦਾ ਭਾਗ ਨਹੀਂ ਹੈ ਔਰ ਚਿੱਤਰ ਤੋਂ ਸਾਨੂੰ ਹੋਰ ਵੀ ਕਲੀਅਰ ਹੋ ਗਿਆ। ਠੀਕ ਹੈ ਬੇਟਾ ਜੀ, ਆ ਸੀ ਤੁਹਾਡੇ 1 ਨੰਬਰ ਦੇ ਕੁਐਸਚਨ। ਅੱਗੇ ਮੈਂ ਤੁਹਾਡੇ ਨਾਲ ਗੱਲ ਕਰਨ ਜਾ ਰਹੀ ਹਾਂ ਭਾਗ ਐੜੇ ਦੀ, ਜਿਹਦੇ ਚ ਤੁਹਾਡੇ 2 ਨੰਬਰ ਦੇ ਕੁਐਸਚਨ ਸੀਗੇ। 2 ਨੰਬਰ ਦੇ ਬੇਸਿਕਲੀ 3 ਕੁਐਸਚਨ ਸੀ ਔਰ ਬਹੁਤ ਇੰਪੋਰਟੈਂਟ ਕੁਐਸਚਨ ਸੀ। ਪਹਿਲਾ ਕੁਐਸਚਨ ਸੀ ਮਿਥੇਨ CH4 ਦੀ ਇਲੈਕਟ੍ਰੋਨ ਬਿੰਦੂ ਰਚਨਾ ਦਰਸਾਓ। ਇੱਥੇ ਥੋੜਾ ਜਿਹਾ ਬੱਚੇ ਇਸ ਲਈ ਕਨਫਿਊਜ਼ ਹੋਏ ਕਿਉਂਕਿ ਐਕਚੁਅਲੀ ਇਲੈਕਟ੍ਰੋਨ ਡਾਟ ਸਟਰਕਚਰ ਮੈਂ ਬਹੁਤ ਵਾਰੀ ਐਕਸਪਲੇਨ ਕਰ ਚੁੱਕੀ ਹਾਂ ਕਿ ਬੇਟਾ ਜੀ ਕਾਰਬਨ ਦੀ ਇਲੈਕਟ੍ਰੋਨਿਕ ਕਨਫਿਗਰੇਸ਼ਨ ਹੁੰਦੀ ਹੈ 2 4। ਠੀਕ ਹੈ ਜੀ, ਕਾਰਬਨ ਦੀ ਇਲੈਕਟ੍ਰੋਨਿਕ ਕਨਫਿਗਰੇਸ਼ਨ ਕਿੰਨੀ ਹੁੰਦੀ ਹੈ 2 4, यानी कि कार्बन का जो एटॉमिक नंबर है वो की है जी 6। ठीक है जी, जो आप कहीए कि कार्बन की इलैक्ट्रॉनिक कॉन्फिगरेशन 2 4 है तो इलैक्ट्रॉनिक 6 है। तो हुण आपां जो इलैक्ट्रॉन डॉट स्ट्रक्चर की गल करिए बेटा जी तो उदों आपां बनाना है सिर्फ वेलेंस शैल के इलैक्ट्रॉन। तुसीं कन्फ्यूज कित्थे हुंदे हो जदों तुसीं वेलेंस शैल के इलैक्ट्रॉन ना बना के 6 ਦੇ 6 इलैक्ट्रॉन ਜਿਹੜੇ ਤੁਸੀਂ ਬਣਾ ਦਿੰਦੇ ਹੋ। ठीक है जी, ਤਾਂ बेटा जी ਆਪਾਂ ਜਦੋਂ वेलेंस ਤੇ इलैक्ट्रॉन ਬਣਾਣੇ ਆ ਤੇ ਆ ਦੇਖੋ ਜੀ ਮੈਂ 4 ਬਿੰਦੂ ਦਰਸਾ ਲਏ। ਹਾਈਡਰੋਜਨ ਦਾ ਇਲੈਕਟ੍ਰॉन ਹੁੰਦਾ ਜੀ 1। ठीक है, हाइड्रोजन के इलैक्ट्रॉन ਨੂੰ मान लो मैं क्रॉस है ना दर्शा लांगी ਤੇ ਹੁਣ ਦੇਖੋ ਆਪਾਂ CH4 यानी मीथेन ਦਾ ਬਣਾਣਾ है, यानी H किन्ने लगने जी 4। ठीक है, ਇਹਦਾ मतलब H किन्ने लगने जी 4। 4 इलैक्ट्रॉन्स ਦੇ ਨਾਲ ਲੱਗ गए H। ठीक है, 4 इलैक्ट्रॉन्स ਦੇ ਨਾਲ ਜਦੋਂ H ਲੱਗ गए ਤਾਂ ਉਹ ਕੀ ਹੋ ਗਿਆ ਜੀ H ਦੀ ਵੈਲੈਂਸੀ ਪੂਰੀ ਹੋ ਗਈ, यानी H ਦੇ 2 ਇਲੈਕਟ੍ਰॉन्स ਪੂਰੇ ਹੋ ਗਏ। ਹੁਣ ਜੇ ਮੈਂ ਕਾਰਬਨ ਦੀ ਗੱਲ ਕਰਾਂ ਤੇ ਆ ਕਾਰਬਨ ਦੇ 8 ਇਲੈਕਟ੍ਰॉन ਸਾਡੇ ਕੋ ਪੂਰੇ ਹੋ ਗਏ ਜੀ। ਤੇ ਤੁਹਾਨੂੰ ਪਤਾ ਹੈ ਜੀ 2 ਇਲੈਕਟ੍ਰॉन्स यानी 2 इलैक्ट्रॉन्स इज इक्वल टू 1 बॉन्ड। ਇਹਦਾ मतलब this is the formation of methane। और ਤੁਹਾਨੂੰ इलेक्ट्रॉन डॉट स्ट्रक्चर पूछा तो this is the electron dot structure of methane। ठीक है जी, ਜਿਹੜਾ ਕਿ ਬਹੁਤ ਹੀ ਇੰਪੋਰਟੈਂਟ ਸੀ। ਨੈਕਸਟ ਕੁਐਸਚਨ ਜਿਹੜਾ ਤੁਹਾਨੂੰ ਸੀ ਉਹ ਸੀ ਤੁਹਾਡਾ ਜੀ ਕਿ चित्र A ਅਤੇ B ਵਿੱਚ ਦਰਸਾਏ ਗਏ ਕਾਰਬਨ ਦੇ ਭਿੰਨ ਰੂਪਾਂ ਦਾ ਨਾਮ ਲਿਖੋ। ਬੇਟਾ ਜੀ ਇੱਥੇ ਬੱਚੇ ਇਸ ਲਈ ਕਨਫਿਊਜ਼ ਹੋਏ ਕਿਉਂਕਿ ਉਹਨਾਂ ਨੇ ਅੱਜ ਤੱਕ ਜਿਹੜੇ ਭਿੰਨ ਰੂਪ ਹੈ ਉਹ ਪੜ੍ਹੇ ਹੈ ਗ੍ਰੇਫਾਈਟ ਅਤੇ ਹੀਰਾ ਔਰ ਉਹਨਾਂ ਨੇ ਉਹਦੇ ਸਟਰਕਚਰਸ ਤੇ ਜ਼ੋਰ ਨਹੀਂ ਦਿੱਤਾ। ਬੇਟਾ ਜੀ ਇਹ ਹੈ ਗ੍ਰੇਫਾਈਟ, ਬੇਸਿਕਲੀ ਦਿਸ ਇਜ਼ ਗ੍ਰੇਫਾਈਟ। ਔਰ ਜੇ ਮੈਂ ਇਹਦੀ ਗੱਲ ਕਰਾਂ ਤਾਂ ਇਹ ਕੀ ਹੈ ਜੀ, ਇਹ ਹੈ ਬਕਮੈਂਸਟਰ ਫੁਲਰੀਨ। ਜੇ ਤੁਸੀਂ ਲਿਖ ਦਿੰਦੇ ਤਾਂ ਉਹ ਵੀ ਸਹੀ ਹੋਣਾ ਸੀ। C60 ਕੀ ਹੈ ਜੀ C60, यानी कि 60 ਕਾਰਬਨ ਇਹਦੇ ਵਿੱਚ ਜਿਹੜੇ ਹੈ ਉਹ ਜੁੜੇ ਹੁੰਦੇ ਨੇ। ਔਰ ਤੀਜੀ ਟਾਈਪ ਹੈ ਹੀਰਾ ਜਿਹਦਾ ਸਟਰਕਚਰ ਇੱਥੇ ਨਹੀਂ ਦਿੱਤਾ ਗਿਆ। ਠੀਕ ਹੈ ਜੀ, फोर्थ क्वेश्चन सी एज तुहानू पता है कि कार्बन च जेडे 2 मार्क्स का पेपर ही फाइनल पेपर 2 नंबर का ही क्वेश्चन फाइनल पेपर चो आना है प्लस 2 नंबर के 1 नंबर के आने तो इसलिए जेडे 2 नंबर के क्वेश्चन है वो कार्बन के ही चैप्टर चो पाए गए हैं। ठीक है जी, कार्बन के वो 2 गुण किहड़े हन जिन्हां कारण साडे आले दुआले 4 चुफेरे कार्बन यौगिका की वड्डी संख्या विखाई दिंदी है। कार्बन यौगिका की वड्डी संख्या जिहड़ी है वो दिखाई दिंदी है। ठीक है जी, वो किद्दां ओहदा आपां सही आंसर जिहड़ा गल करदे आ बहुत ही ईजी आंसर है और ਇਹਦਾ आंसर ਜਿਹੜਾ बेसिकली ਉਹ ਆਪਾਂ 2 पॉइंट्स ਚ ਲਿਖਣਾ ਹੈ। ਪਹਿਲਾ ਤਾਂ ਤੁਹਾਡਾ ਹੈ ਜੀ ਚਾਰ ਸੰਯੋਜਕਤਾ, यानी ਪਹਿਲਾ ਤੁਹਾਡਾ ਕੀ ਹੈ ਜੀ ਚਾਰ ਸੰਯੋਜਕਤਾ, ਜਿਹਨੂੰ ਤੁਸੀਂ ਇੰਗਲਿਸ਼ ਚ ਕੀ ਕਹਿੰਦੇ ਹੋ ਜੀ, ਇੰਗਲਿਸ਼ ਚ ਤੁਸੀਂ ਇਹਨੂੰ ਕਹਿੰਦੇ ਹੋ ਜੀ ਟੈਟਰਾਵੈਲੈਂਸੀ। ਕੀ ਕਹਿ ਦਿੰਦੇ ਹੋ, ਟੈਟਰਾਵੈਲੈਂਸੀ। ठीक है जी, चार संयोजकता कार्बन परमाणु दूजे 4 परमाणुओं नाल बंधन बना सकते हैं। ठीक है जी, दूजा हैगा तुहाडा लड़ी बंधन जिन्हों तुसी इंग्लिश च कहंदे हो जी कैटिनेशन। की कहंदे हो जी कैटिनेशन। कैटिनेशन च तुसी की लिख सकते हो कि कार्बन विच कार्बन दे होर परमाणुओं नाल बंधन बनाउण दी समर्था नूं असीं लड़ी बंधन कहंदे आ, द सैल्फ लिंकेज प्रॉपर्टी। ठीक है जी, इंग्लिश च आपां कैटिनेशन नूं कहंदे आ द सैल्फ लिंकेज प्रॉपर्टी ऑफ कार्बन है ना, सैल्फ लिंकेज ऑफ प्रॉपर्टी ऑफ कार्बन इज नोन एज कैटिनेशन। ठीक है, ये तुहाडे 2-2 नंबर के क्वेश्चन सी कार्बन के चैप्टर चो। अगले जिहड़े क्वेश्चन सी तुहाडे टेस्ट चो 5 नंबर सी और बहुत ही इंपॉर्टेंट क्वेश्चन सी और एक तो बहुत ही ईजी सी। अंकित चित्र की सहायता नाल फुੱਲ ਦੇ ਵੱਖ-ਵੱਖ ਭਾਗਾਂ ਦਾ ਵਰਣਨ ਕਰੋ। और दूजा क्वेश्चन सी किशोर अवस्था समय लड़कियां विच किहड़े-किहड़े परिवर्तन दिखाई दिंदे है। इंग्लिश च मैं अगर रीड आउट करा तो सी एक्सप्लेन द पार्ट्स ऑफ फ्लावर विद द हेल्प ऑफ लेबल डायग्राम और व्हाट आर द चेंजेस सीन इन द गर्ल्स एट द टाइम ऑफ पर्पटी। ठीक है जी, हुण आपां अगर गल करिए
ਤਾਂ ਇਹਦੇ ਵਿੱਚ ਆਪਾਂ ਜੇ ਗੱਲ ਕਰਾਂਗੇ ਤਾਂ ਆਹ ਦੇਖੋ ਜੀ, ਆਹ ਫੁੱਲ ਦਾ ਭਾਗ ਹੈ, ਆਹ ਅੰਕਿਤ ਕੀਤੇ ਚਿੱਤਰ ਤੁਸੀਂ ਵਰਣਨ ਕਰਨਾ ਸੀ, ਆਹ ਡਾਇਗਰਾਮ ਐਜ਼ ਸੱਚ ਤੁਸੀਂ ਬਣਾਉਣਾ ਸੀ, ਐਕਸਪਲੇਨ ਤੁਸੀਂ ਕਰਨੀਆਂ ਸੀ। ਹਰੀਆਂ ਪੱਤੀਆਂ, ਠੀਕ ਹੈ ਜੀ, ਰੰਗਦਾਰ ਪੱਤੀਆਂ, ਪੁਕੇਸਰ, ਠੀਕ ਹੈ, ਇਸਤਰੀ ਕੇਸਰ। ਕਿੱਦਾਂ ਤੁਸੀਂ ਫੁੱਲ ਦੇ ਭਾਗ ਨੂੰ ਵਰਣਨ ਕਰਨਾ ਸੀ ਕਿ ਹਰੀਆਂ ਪੱਤੀਆਂ ਇਹ ਫੁੱਲ ਦਾ ਸਭ ਤੋਂ ਬਾਹਰੀ ਭਾਗ ਹੈ, ਜਦੋਂ ਫੁੱਲ ਕਲੀ ਦੀ ਅਵਸਥਾ ਵਿੱਚ ਹੁੰਦਾ ਹੈ ਤਾਂ ਇਹ ਭਾਗ ਇਸ ਨੂੰ ਸੁਰੱਖਿਆ ਪ੍ਰਦਾਨ ਕਰਦਾ, ਔਰ ਤੁਸੀਂ ਦੇਖਿਆ ਵੀ ਹੋਣਾ ਕਦੀ ਬੰਦ ਫੁੱਲ। ਠੀਕ ਹੈ ਜੀ, ਰੰਗਦਾਰ ਪੱਤੀਆਂ ਦੀ ਗੱਲ ਕਰਦੇ ਹਾਂ। ਆਹ ਜਿਹੜੀਆਂ ਰੰਗਦਾਰ ਪੱਤੀਆਂ ਸੀ ਕਿ ਇਸ ਭਾਗ ਦਾ ਕੰਮ ਪਰਾਗਣ ਕਿਰਿਆ ਲਈ ਕੀਟਾਂ ਨੂੰ ਆਕਰਸ਼ਿਤ ਕਰਨਾ ਹੈ। ਇਹ ਫੁੱਲ ਦੇ ਲਿੰਗੀ ਭਾਗ ਨੂੰ ਸੁਰੱਖਿਆ ਵੀ ਕਰਦਾ ਹੈ। ਇਹ ਭਾਗ ਫੁੱਲ ਨੂੰ ਸੁੰਦਰਤਾ ਵੀ ਪ੍ਰਦਾਨ ਕਰਦਾ ਹੈ ਕਿ ਫੁੱਲ ਜਿੰਨਾ ਵੀ ਜ਼ਿਆਦਾ ਬਿਊਟੀਫੁਲ ਲੱਗਦਾ ਹੈ ਉਹ ਰੰਗਦਾਰ ਪੱਤੀਆਂ ਕਰਕੇ ਹੀ ਲੱਗਦਾ ਹੈ। ਜੇ ਮੈਂ ਪੁਕੇਸਰ ਦੀ ਗੱਲ ਕਰਾਂ ਤੇ ਇਹ ਫੁੱਲ ਦਾ ਕੀ ਹੈ ਜੀ, ਨਰ ਭਾਗ, ਇਸ ਦੇ ਪਰਾਗਕੋਸ਼ ਵਿੱਚ ਪਰਾਗ ਕਣ ਹੁੰਦੇ ਹਨ। ਇਹਨਾਂ ਪਰਾਗ ਕਣਾਂ ਵਿੱਚ ਨਰ ਜਨਨ ਸੈੱਲ ਹੁੰਦੇ ਨੇ। ਇਸਤਰੀ ਕੇਸਰ ਦੀ ਗੱਲ ਕਰਾਂ, ਇਹ ਫੁੱਲ ਦਾ ਮਾਦਾ ਭਾਗ ਹੈ। ਇਸ ਦੇ ਅੰਡਕੋਸ਼ ਵਿੱਚ ਬੀਜੰਡ ਹੁੰਦੇ ਹਨ ਜਿਨ੍ਹਾਂ ਨੂੰ ਮਾਦਾ ਜਨਨ ਸੈੱਲ ਹੁੰਦੇ ਹਨ, ਅਤੇ ਇਸਤਰੀ ਕੇਸਰ ਦੇ ਅੰਡਕੋਸ਼ ਵਿਕਸਿਤ ਹੋ ਕੇ ਫਲ ਵੀ ਬਣ ਜਾਂਦਾ ਹੈ। ਠੀਕ ਹੈ ਜੀ, ਪੁਕੇਸਰ ਹੈਗਾ ਜੀ ਨਰ ਭਾਗ ਤੇ ਇਸਤਰੀ ਕੇਸਰ ਹੈਗਾ ਮਾਦਾ ਭਾਗ। ਬੇਟਾ ਜੇ ਮੈਂ ਅਟੈਂਪਟੇਸ਼ਨ ਦੀ ਕਰਾਂ ਤੇ ਡਾਇਗਰਾਮ ਮਸਟ ਹੈ। ਠੀਕ ਹੈ ਜੀ, ਡਾਇਗਰਾਮ ਮਸਟ ਹੈ, ਭਾਵੇਂ ਲਿਖ ਤੁਸੀਂ ਥੋੜਾ ਘੱਟ ਦਿਓ, ਬਿਕੋਜ਼ 5 ਨੰਬਰ ਜਿੰਨੇ ਵੀ ਦੇ ਰਹੇ ਆ ਤੁਹਾਡੇ ਡਾਇਗਰਾਮ ਦੀ ਲੇਬਲਿੰਗ ਦੇਖ ਕੇ ਕਰਨੀ ਹੈ। ਕੋਸ਼ਿਸ਼ ਕਰੋ ਕਿ ਲੇਬਲਿੰਗ ਇੱਕੋ ਸਾਈਡ ਕਰੋ ਔਰ ਬਿਲਕੁਲ ਸਟ੍ਰੇਟ ਕਰੋ। ਸੇਮ ਫॉर ਇੰਗਲਿਸ਼ ਮੀਡੀਅਮ। ਹਾਂਜੀ, ਇੰਗਲਿਸ਼ ਮੀਡੀਅਮ ਲਈ ਡਿਸਕ੍ਰਿਪਸ਼ਨ ਆਫ ਫਲਾਰ ਦਿੱਤਾ ਹੋਇਆ, ਐਂਥਰ, ਫਿਲਾਮੈਂਟ, ਪੈਟਲ, ਸੈਪਲ, ਸਟਿਗਮਾ, ਸਟਾਈਲ, ਓਵਰੀ। ਠੀਕ ਹੈ ਜੀ, ਸੈਪਲ ਦੀ ਗੱਲ ਕਰਾਂਗੇ, ਦਿਸ ਇਜ਼ ਦ ਆਊਟਰ ਮੋਸਟ ਆਫ ਪਾਰਟ ਆਫ ਦ ਫਲਾਰ ਵੈਨ ਫਲਾਰ ਇਜ਼ ਇਨ ਬਡ ਸਟੇਜ, ਦਿਸ ਪਾਰਟ ਪ੍ਰੋਵਾਈਡ ਪ੍ਰੋਟੈਕਸ਼ਨ ਟੂ ਇਟ। ਠੀਕ ਹੈ, ਜੇ ਮੈਂ ਪੈਟਲ ਦੀ ਗੱਲ ਕਰਾਂ ਤਾਂ ਫੰਕਸ਼ਨ ਆਫ ਦਿਸ ਪਾਰਟ ਇਜ਼ ਟੂ ਅਟਰੈਕਟ ਇਨਸੈਕਟਸ ਫॉर ਪੋਲੀਨੇਸ਼ਨ, ਦੇ ਆਲਸੋ ਪ੍ਰੋਟੈਕਟ ਦ ਲੌਂਗ ਪਾਰਟ ਆਫ ਫਲਾਰ, ਦਿਸ ਪਾਰਟ ਆਲਸੋ ਗਿਵ ਬਿਊਟੀ ਟੂ ਦ ਫਲਾਰ। ਸਟੈਮਨਸ ਦੀ ਗੱਲ ਕਰਾਂ ਤਾਂ ਦਿਸ ਇਜ਼ ਦ ਮੇਲ ਪਾਰਟ ਆਫ ਫਲਾਰ, ਇਟ ਪੋਲਨ ਗ੍ਰੇਨ ਕੰਟੇਨ ਪੋਲਨ ਗ੍ਰੇਨਸ। ਠੀਕ ਹੈ ਜੀ, ਜਿਹੜਾ ਇਹਦਾ ਪਾਰਟ ਹੈ ਉਹ 'ਚ ਬੇਸਿਕਲੀ ਪੋਲਨ ਗ੍ਰੇਜ਼ ਹੁੰਦੇ ਨੇ ਜਿਹੜੇ ਕਿ ਮੇਲ ਰਿਪਰੋਡਕਟਿਵ ਸੈਲਸ ਨੇ। ਪਿਸਟਲ ਦੀ ਗੱਲ ਕਰਾਂ ਤਾਂ ਦੈਟ ਇਜ਼ ਫੀਮੇਲ ਪਾਰਟ ਆਫ ਫਲਾਰ, ਇਟਸ ਓਵਰੀ ਕੰਟੇਨ ਦ ਓਵਰੀਜ਼ ਵਿਚ ਕੰਟੇਨ ਦ ਫੀਮੇਲ ਜਰਮ ਸੈਲਸ। ਠੀਕ ਹੈ ਜੀ, ਤਾਂ ਇਹ ਸਾਡਾ ਇਹੀ ਕੁਐਸਚਨ ਸੀ। ਜੇ ਮੈਂ ਅਗਲਾ ਕੁਐਸਚਨ ਦੀ ਗੱਲ ਕਰਾਂ ਤਾਂ ਅਗਲੇ 'ਚ ਪੁੱਛਿਆ ਸੀ ਕਿਸ਼ੋਰ ਅਵਸਥਾ ਸਮੇਂ ਇਹ ਲੜਕੀਆਂ ਵਿੱਚ ਕਿਹੜੇ ਪਰਿਵਰਤਨ ਦਿਖਾਈ ਦਿੰਦੇ ਆ। ਇਹਦੇ ਨਾਲ ਹੀ ਮੈਂ ਕੁਐਸਚਨ ਲਿਆ ਕਿ ਜੇ ਲੜਕੀਆਂ ਆਇਆ ਤੇ ਪੇਪਰ 'ਚ ਲੜਕੇ ਆਉਣ ਦੀ ਵੀ ਉਮੀਦ ਹੈ। ਲੜਕੀਆਂ 'ਚ ਜੇ ਚੇਂਜਸ ਦੀ ਗੱਲ ਕਰੀਏ ਤਾਂ ਤੁਹਾਨੂੰ ਐਸ ਸੱਚ ਪਤਾ ਹੈ ਕਿ ਮਾਹਵਾਰੀ ਸ਼ੁਰੂ ਹੋ ਜਾਂਦੀ ਹੈ, ਜਨਨ ਅੰਗਾਂ ਤੇ ਵਾਲ ਉੱਗ ਜਾਂਦੇ ਨੇ, ਛਾਤੀਆਂ ਵੱਡੀਆਂ ਹੋ ਜਾਂਦੀਆਂ ਨੇ, ਜਨਨ ਅੰਗਾਂ ਦਾ ਵਿਕਾਸ ਹੋ ਜਾਂਦਾ ਹੈ, ਉਲਟ ਲਿੰਗ ਵੱਲ ਆਕਰਸ਼ਣ ਵੱਧ ਜਾਂਦਾ ਹੈ, ਮਾਦਾ ਜਨਨ ਸੈੱਲ ਬਣਨੇ ਸ਼ੁਰੂ ਹੋ ਜਾਂਦੇ ਨੇ। ਠੀਕ ਹੈ ਜੀ, ਤੇ ਐਦਾਂ ਹੀ ਜੇ ਮੈਂ ਬॉयਜ਼ ਦੀ ਗੱਲ ਕਰਾਂ ਤਾਂ ਦਾੜੀ ਇੱਥੇ ਮੁੱਛਾਂ ਉੱਗ ਜਾਂਦੀਆਂ ਨੇ, ਆਵਾਜ਼ ਵਿੱਚ ਭਾਰੀਪਨ ਆ ਜਾਂਦਾ ਹੈ, ਜਨਨ ਅੰਗਾਂ ਤੇ ਵਾਲ ਉੱਗ ਜਾਂਦੇ ਨੇ, ਉਲਟ ਲਿੰਗ ਵੱਲ ਆਕਰਸ਼ਣ ਵੱਧ ਜਾਂਦਾ ਹੈ, ਮੋਢੇ ਚੌੜੇ ਹੋ ਜਾਂਦੇ ਹਨ, ਨਰ ਜਨਨ ਸੈੱਲ ਬਣਦੇ ਸ਼ੁਰੂ ਹੋ ਜਾਂਦੇ ਨੇ। ਠੀਕ ਹੈ ਜੀ, ਔਰ ਬੇਟਾ ਜੀ ਇੰਗਲਿਸ਼ ਮੀਡੀਅਮ ਲਈ ਵੀ ਕੈਨ ਸੇ ਫॉर द गर्ल्स voice become thin, menstruation become, breast enlarge, hips become rounded, hair grows under the armpit and in the public area। और जे मैं बॉयज़ की गल करा, बॉयज़ develop the heavier muscular body, wide shoulder and narrow hips, enlargement of voice box lead to much deeper voice, maturation of testes and starts to produce sperms, the growth of hairs on the chest, enlargement of Adam apple। ठीक है जी, ये सारे ਜਿਹੜੇ ਚੇਂजेस ਬॉयਜ਼ ਤੇ ਗਰਲਸ ਚਾਹੁੰਦੇ ਨੇ। ਔਰ ਇਹੀ ਤੁਹਾਡਾ ਜਿਹੜਾ ਵੀਕਲੀ ਟੈਸਟ ਸੀ ਜਿਹੜਾ ਕਿ ਬਹੁਤ ਹੀ ਇੰਪੋਰਟੈਂਟ ਹੈ, 21 ਜਨਵਰੀ ਦਾ ਸਟੇਟ ਟੈਸਟ ਹੈ। ਬੇਟਾ ਜੀ ਹਰ ਸਟੇਟ ਟੈਸਟ ਨੂੰ ਤੁਸੀਂ ਬਹੁਤ ਅੱਛੀ ਤਰ੍ਹਾਂ ਸੋਲਵ ਕਰਨਾ ਹੈ, ਕਿਉਂਕਿ ਉਮੀਦ ਕੀਤੀ ਜਾ ਰਹੀ ਹੈ ਕਿ ਦਿਸ ਇਜ਼ ਦ ਰਿਵੀਜ਼ਨ ਫॉर योर फाइनल एग्जाम्स। ਚਲੋ ਜੀ ਮਿਲਦੇ ਹਾਂ ਅਗਲੀ ਵੀਡੀਓ ਨਾਲ। टिल देन टेक केयर, गुड बाय।